ਹੈਲੋ ਬੱਚੋ। ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 10 ਜਿਹਦਾ ਟਾਈਟਲ ਹੈ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਤੇ ਅੱਜ ਅਸੀਂ ਇਸ ਚੈਪਟਰ ਦਾ ਪਾਰਟ 1 ਕਰਨ ਜਾ ਰਹੇ ਹਾਂ। ਇਸ ਟਾਈਟਲ ਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਪ੍ਰਕਾਸ਼ ਪਰਾਵਰਤਨ ਅਤੇ ਅਪਵਰਤਨ। ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਪ੍ਰਕਾਸ਼ ਕੀ ਹੁੰਦਾ ਜਾਂ ਲਾਈਟ ਕੀ ਹੁੰਦੀ ਹੈ। ਲਾਈਟ ਇੱਕ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਫਾਰਮ ਹੈ ਜਾਂ ਆਪਾਂ ਕਹਿ ਦਈਏ ਕਿ ਇੱਕ ਰੇਡੀਐਂਟ એનર્ਜੀ ਹੈ ਜਿਹੜੀ ਕਿ ਸਾਨੂੰ ਚੀਜ਼ਾਂ ਨੂੰ ਦੇਖਣ 'ਚ ਹੈਲਪ ਕਰਦੀ ਹੈ। ਸੋ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਮਤਲਬ ਹੋ ਗਿਆ ਵੀ ਇਹੋ ਜਿਹੀ ਰੇਡੀਏਸ਼ਨ ਜਿਹਦੇ ਅੰਦਰ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੋਨੋਂ ਹੀ ਆਪਰੇਟ ਕਰਦੇ ਹੋਣ। ਸੋ ਸੱਚ ਆ ਫਾਰਮ ਆਫ ਰੇਡੀਏਸ਼ਨ ਇਜ਼ ਨੋਨ ਐਜ਼ ਲਾਈਟ। ਤੇ ਇਸ ਦੁਨੀਆ 'ਚ ਜਿੰਨੀ ਵੀ ਖੂਬਸੂਰਤੀ ਹੈ ਜਾਂ ਜਿੰਨੇ ਤਰ੍ਹਾਂ ਦੇ ਰੰਗ ਨੇ ਉਹ ਸਾਰੇ ਸਾਨੂੰ ਦੇਖਣ 'ਚ ਹੈਲਪ ਕੌਣ ਕਰਦਾ? ਲਾਈਟ ਹੈਲਪ ਕਰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਰੇ ਆਫ ਲਾਈਟ ਦੀ, ਯਾਨੀ ਕਿ ਪ੍ਰਕਾਸ਼ ਦੀ ਕਿਰਨ। ਦ ਡਾਇਰੈਕਸ਼ਨ ਔਰ ਪਾਥ along which light energy travels in the medium is called a ray of light। ਯਾਨੀ ਕਿ ਇੱਕ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਕਿਸ ਦਿਸ਼ਾ 'ਚ ਜਾਂਦੀ ਹੈ, ਕਿਸ ਰਸਤੇ 'ਚ ਇੱਕ ਮੀਡੀਅਮ ਦੇ ਅੰਦਰ ਟਰੈਵਲ ਕਰਦੀ ਹੈ, ਉਹਨੂੰ ਅਸੀਂ ਰੇ ਆਫ ਲਾਈਟ ਜਾਂ ਪ੍ਰਕਾਸ਼ ਦੀ ਕਿਰਨ ਕਹਿੰਦੇ ਹਾਂ। ਇਹਨੂੰ ਰਿਪਰੈਜ਼ੈਂਟ ਆਪਾਂ ਕਿੱਦਾਂ ਕਰਦੇ? ਸਟ੍ਰੇਟ ਲਾਈਨ ਦੇ ਨਾਲ। ਤੇ ਇਹਦੀ ਡਾਇਰੈਕਸ਼ਨ ਯਾਨੀ ਕਿ ਦਿਸ਼ਾ ਦੇਣ ਦੇ ਲਈ ਇਹਦੇ ਉੱਤੇ ਐਰੋ ਹੈਡ ਜ਼ਰੂਰ ਮਾਰਕ ਕਰਨਾ। ਜਿੱਦਾਂ ਸਪੋਜ਼ ਕਰ ਲਓ ਵੀ ਆਹ ਲਾਈਟ ਆਫ ਰੇ ਜਿਹੜੀ ਹੈ ਇੱਧਰ ਜਾ ਰਹੀ ਹੈ, ਠੀਕ ਹੈ, ਇਹ ਜਾ ਰਹੀ ਹੈ ਸਾਡੇ ਖੱਬਿਓਂ ਸੱਜੇ ਵਾਲੇ ਪਾਸੇ। ਤਾਂ ਆਹ ਇਹਦੀ ਹੋ ਗਈ ਡਾਇਰੈਕਸ਼ਨ। ਇਹ ਕੀ ਹੈ? ਰੇ ਆਫ ਲਾਈਟ ਆ। ਜੇ ਇਹੋ ਆਪਾਂ ਕਹਿ ਦਈਏ ਵੀ ਇਹਦੀ ਡਾਇਰੈਕਸ਼ਨ ਜਾਂ ਦਿਸ਼ਾ ਇੱਧਰਲੇ ਪਾਸੇ ਹੋ ਗਈ, ਐਰੋ ਇੱਧਰ ਨੂੰ ਪਾ ਦਿਓ, ਇਹ ਵੀ ਇੱਕ ਰੇ ਆਫ ਲਾਈਟ ਆ। ਜੇ ਆਪਾਂ ਕਹਿ ਦਈਏ ਵੀ ਇਸ ਡਾਇਰੈਕਸ਼ਨ 'ਚ ਲਾਈਟ ਟਰੈਵਲ ਕਰਦੀ ਤਾਂ ਇਹ ਵੀ ਰੇ ਆਫ ਲਾਈਟ ਹੈ। ਤੇ ਜੇ ਆਪਾਂ ਕਹਿ ਦਈਏ ਸੱਜਿਓਂ ਖੱਬੇ ਨੂੰ ਜਾ ਰਹੀ ਹੈ ਲਾਈਟ, ਇਹ ਵੀ ਇੱਕ ਰੇ ਆਫ ਲਾਈਟ ਹੈ। ਲੇਕਿਨ ਜਿਹੜਾ ਐਰੋ ਹੈਡ ਹੈ ਨਾ ਉਹ ਪਾਉਣਾ ਨਹੀਂ ਭੁੱਲਣਾ, ਕਿਉਂਕਿ ਐਰੋ ਹੈਡ ਦੇ ਨਾਲ ਹੀ ਡਾਇਰੈਕਸ਼ਨ ਆਫ ਲਾਈਟ ਮੂਵਮੈਂਟ ਦਾ ਪਤਾ ਲੱਗਣਾ। ਹੁਣ ਅਸੀਂ ਗੱਲ ਕਰਦੇ ਬੀਮ ਆਫ ਲਾਈਟ ਕੀ ਹੁੰਦੀ ਹੈ। ਬੀਮ ਆਫ ਲਾਈਟ 'ਚ ਕੀ ਹੈ ਵੀ ਇੱਕ ਨਹੀਂ ਬਲਕਿ ਇੱਕ ਗਰੁੱਪ ਆਫ ਲਾਈਟ ਰੇਜ਼ ਇਕੱਠੇ ਟਰੈਵਲ ਕਰਦੇ ਨੇ ਤੇ ਇਸ ਗਰੁੱਪ ਆਫ ਲਾਈਟ ਰੇਜ਼ ਨੂੰ ਅਸੀਂ ਬੀਮ ਕਹਿ ਦਿੰਦੇ ਆ। ਇਹ ਜਿਹੜੀ ਬੀਮ ਆਫ ਲਾਈਟ ਹੈ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਪੈਰਲਲ। ਪੈਰਲਲ 'ਚ ਕੀ ਹੈ ਵੀ ਸਾਰੀਆਂ ਲਾਈਟ ਰੇਜ਼ ਜਿਹੜੀਆਂ ਨੇ ਨਾ ਇੱਕ ਦੂਜੇ ਦੇ ਪੈਰਲਲ ਟਰੈਵਲ ਕਰਦੀਆਂ ਨੇ। ਤੇ ਇਹੋ ਜਿਹੀ ਜਿਹੜੀਆਂ ਬੀਮਸ ਹੁੰਦੀਆਂ ਨਾ ਉਹਦੇ ਅੰਦਰ ਲਾਈਟ ਰੇਜ਼ ਕਿਸੇ ਵੀ ਪੁਆਇੰਟ ਦੇ ਉੱਤੇ ਮਿਲਦੀਆਂ ਨਹੀਂ ਗੀਆਂ। ਦੂਜੀ ਟਾਈਪ ਹੁੰਦੀ ਡਾਈਵਰਜੈਂਟ। ਡਾਈਵਰਜੈਂਟ 'ਚ ਕੀ ਹੈ ਵੀ ਇੱਦਾਂ ਲੱਗਦਾ ਵੀ ਇੱਕ ਪੁਆਇੰਟ ਤੋਂ ਜਿਹੜੀਆਂ ਲਾਈਟ ਰੇਜ਼ ਨੇ ਉਹ ਇਸ ਪੁਆਇੰਟ ਤੋਂ ਦੂਰ ਨੂੰ ਜਾ ਰਹੀਆਂ ਨੇ। ਦ ਰੇਜ਼ ਪ੍ਰੋਸੀਡ ਅਵੇ ਫਰੋਮ ਅ ਪੁਆਇੰਟ। ਸੋ ਇੱਕ ਪੁਆਇੰਟ ਤੋਂ ਦੂਰ ਵੱਲ ਨੂੰ ਜਾਂਦੀਆਂ ਹੋਈਆਂ ਜਿਹੜੀਆਂ ਲਾਈਟ ਰੇਜ਼ ਨੇ ਉਹ ਡਾਈਵਰਜੈਂਟ ਬੀਮ ਬਣਾਉਂਦੀਆਂ ਨੇ। ਤੇ ਥਰਡ ਕੈਟੇਗਰੀ ਹੁੰਦੀ ਕਨਵਰਜੈਂਟ। ਉਹਦੇ 'ਚ ਕੀ ਹੈ ਵੀ ਜਿਹੜੀਆਂ ਲਾਈਟ ਰੇਜ਼ ਨੇ ਇੱਦਾਂ ਲੱਗਦਾ ਵੀ ਇੱਕ ਪੁਆਇੰਟ ਵੱਲ ਨੂੰ ਜਾ ਰਹੀਆਂ ਨੇ, ਇੱਕ ਪੁਆਇੰਟ ਤੇ ਜਾ ਕੇ ਮਿਲ ਰਹੀਆਂ ਨੇ। ਸੋ ਇਹੋ ਜਿਹੀ ਬੀਮ ਜਿਹੜੀ ਹੈ ਇਹਨੂੰ ਅਸੀਂ ਕਨਵਰਜੈਂਟ ਬੀਮ ਕਹਿ ਦਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਰਿਫਲੈਕਸ਼ਨ ਆਫ ਲਾਈਟ ਕੀ ਹੁੰਦੀ ਹੈ, ਯਾਨੀ ਕਿ ਪ੍ਰਕਾਸ਼ ਦਾ ਪਰਿਵਰਤਨ ਕੀ ਹੁੰਦਾ। ਦੇਖੋ ਸਪੋਜ਼ ਕਰ ਲਓ ਵੀ ਤੁਹਾਡੇ ਕੋਲ ਇੱਕ ਬਾਲ ਹੈਗਾ। ਆਹ ਜਿਹੜਾ ਬਾਲ ਹੈਗਾ ਉਹ ਤੁਸੀਂ ਆਹ ਕੰਧ ਵੱਲ ਨੂੰ ਮਾਰਦੇ ਜੇ ਤੇ ਇੱਥੋਂ ਸਟਰਾਈਕ ਕਰਕੇ ਜਾਂ ਟਕਰਾ ਕੇ ਆ ਜਿਹੜਾ ਬਾਲ ਆ ਤੁਹਾਡੇ ਕੋਲ ਵਾਪਸ ਆਉਂਦਾ। ਸੋ ਜਿੱਦਾਂ ਇਸ ਬਾਲ ਦਾ ਇਸ ਸਰਫੇਸ ਦੇ ਨਾਲ ਜਾਂ ਕੰਧ ਨਾਲ ਟਕਰਾ ਕੇ ਸੇਮ ਪਲੇਨ 'ਚ ਵਾਪਸ ਆਉਣਾ, ਇਸੇ ਤਰ੍ਹਾਂ ਹੀ ਜੇ ਆਪਾਂ ਕਰੀਏ ਗੱਲ ਲਾਈਟ ਦੀ ਤਾਂ ਲਾਈਟ ਜਿਹੜੀ ਆ ਉਹਦਾ ਬਾਉਂਸ ਬੈਕ ਕਰਨਾ ਆਫਟਰ ਸਟਰਾਈਕਿੰਗ ਦ ਸਰਫੇਸ ਆਫ ਐਨ ਆਬਜੈਕਟ ਸੇਮ ਮੀਡੀਅਮ 'ਚ, ਉਹਨੂੰ ਅਸੀਂ ਰਿਫਲੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦਾ ਪਰਿਵਰਤਨ ਕਹਿੰਦੇ ਹਾਂ। ਸੋ ਰਿਫਲੈਕਸ਼ਨ ਆਫ ਲਾਈਟ ਕੀ ਆ? ਇੱਦਾਂ ਦਾ ਫਿਨਾਮੀਨਾ ਵਾ ਜਿਹਦੇ 'ਚ ਕਿ ਲਾਈਟ ਬਾਉਂਸ ਬੈਕ ਕਰਦੀ ਆ ਸੇਮ ਮੀਡੀਅਮ 'ਚ ਔਨ ਸਟਰਾਈਕਿੰਗ ਦ ਸਰਫੇਸ ਆਫ ਐਨ ਆਬਜੈਕਟ। ਹੁਣ ਜਿਹੜਾ ਲਾਈਟ ਦਾ ਪਰਿਵਰਤਨ ਹੈ ਨਾ ਇਹਨੂੰ ਸਮਝਣ ਲਈ ਸਾਨੂੰ ਇੱਕ ਦੋ ਟਰਮਸ ਨੂੰ ਜਾਣਨਾ ਜ਼ਰੂਰੀ ਹੈ। ਪਹਿਲਾਂ ਉਹ ਟਰਮਸ ਦੇਖ ਲੈਂਦੇ ਨੇ ਵੀ ਕਿਹੜੀਆਂ ਨੇ। ਵਾਟ ਇਜ਼ ਇਨਸੀਡੈਂਟ ਰੇ? ਆਪਤਿਤ ਕਿਰਨ ਕੀ ਹੁੰਦੀ ਆ? ਇਹ ਉਹ ਲਾਈਟ ਦੀ ਕਿਰਨ ਆ ਜਿਹੜੀ ਕਿ ਕਿਸੇ ਵੀ ਸਰਫੇਸ ਦੇ ਉੱਤੇ ਫਾਲ ਕਰਦੀ ਆ, ਉਹਨੂੰ ਅਸੀਂ ਇਨਸੀਡੈਂਟ ਰੇ ਕਹਿੰਦੇ ਆ। ਜਿੱਦਾਂ ਸਪੋਜ਼ ਕਰ ਲਓ ਵੀ ਆ ਆਪਣੇ ਕੋਲ ਕੋਈ ਸਰਫੇਸ ਹੈਗਾ, ਇਹਦੇ ਉੱਤੇ ਆ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਫਾਲ ਕਰਦੀ ਪਈ ਹੈ ਤਾਂ ਇਹਨੂੰ ਅਸੀਂ ਇਨਸੀਡੈਂਟ ਰੇ ਜਾਂ ਆਪਤਿਤ ਕਿਰਨ ਕਹਿ ਦਾਂਗੇ। ਇਸ ਸਰਫੇਸ ਦੇ ਨਾਲ ਇਹ ਜਦੋਂ ਸਟਰਾਈਕ ਕਰੂਗੀ ਆ ਜਿਹੜਾ ਪੁਆਇੰਟ ਹੋਊਗਾ ਇਹਨੂੰ ਅਸੀਂ ਕਹਿੰਦੇ ਆ ਪੁਆਇੰਟ ਆਫ ਇਨਸੀਡੈਂਸ। ਯਾਨੀ ਕਿ ਜਿਸ ਪੁਆਇੰਟ ਤੇ ਇਹਨੇ ਜਾ ਕੇ ਟੱਚ ਕਰਨਾ ਸਰਫੇਸ ਨੂੰ ਉਹ ਹੋ ਗਿਆ ਪੁਆਇੰਟ ਆਫ ਇਨਸੀਡੈਂਸ। ਤੇ ਇੱਥੋਂ ਇਹਨੇ ਫਿਰ ਬਾਉਂਸ ਬੈਕ ਕਰ ਜਾਣਾ। ਜਦੋਂ ਇਹਨੇ ਬਾਉਂਸ ਬੈਕ ਕਰ ਦੇਣਾ ਤੇ ਆਪਾਂ ਇਹਨੂੰ ਕੀ ਕਹਿ ਦਾਂਗੇ? ਰਿਫਲੈਕਟਿਡ ਰੇ ਕਹਿ ਦਾਂਗੇ।
ठीक है। सो इंसीडेंट रे जिहड़ी है वो बाउंस बैक करती है सेम मीडियम च आफ्टर स्ट्राइकिंग द रिफ्लैक्टिंग सरफेस, ते इस रे नूं असीं रिफ्लैक्टिड रे या परावर्तित प्रकाश की किरण कह देंगे। सो इंसीडेंट रे होगी जिन्ने सरफेस के उत्ते जाके फॉल करना या स्ट्राइक करना, ते रिफ्लैक्टिड रे होगी स्ट्राइक करन तो बाद जिहड़ी बाउंस बैक कर गई सेम प्लेन च सेम मीडियम च। ਇਹ ਜਿਹੜੇ ਰਿਫਲੈਕਸ਼ਨ ਆਫ ਲਾਈਟ ਹੈ ਜਾਂ ਪ੍ਰਕਾਸ਼ ਦਾ ਪਰਾਵਰਤਨ ਹੈ, ਇਹ ਦੋ ਤਰ੍ਹਾਂ ਦਾ ਹੁੰਦਾ ਡਿਪੈਂਡਿੰਗ ਅਪੋਨ ਦਾ ਸਰਫੇਸ। ਜੇ ਤੇ ਸਰਫੇਸ ਬਿਲਕੁਲ ਸਮੂਥ ਹੋਵੇ, ਰੈਗੂਲਰ ਹੋਵੇ, ਤਾਂ ਇਹਨੂੰ ਅਸੀਂ ਰੈਗੂਲਰ ਰਿਫਲੈਕਸ਼ਨ ਜਾਂ ਸਪੈਕੂਲਰ ਰਿਫਲੈਕਸ਼ਨ ਕਹਿੰਦੇ ਆ। ਉਹਦੇ ਚ ਕੀ ਹੈ ਕਿ ਜਿੱਦਾਂ ਆਪਣੇ ਕੋਲ ਇੱਥੇ ਇੱਕ ਪੈਰਲਲ ਬੀਮ ਆਫ ਲਾਈਟ ਆ ਰਹੀ ਹੈ, ਤੇ ਇਹ ਸੇਮ ਐਂਗਲਸ ਤੇ ਰਿਫਲੈਕਟ ਹੋ ਜੂਗੀ, ਤੇ ਸਾਨੂੰ ਜਦੋਂ ਰਿਫਲੈਕਟਡ ਬੀਮ ਨੂੰ ਦੇਖਦੇ ਤੇ ਉਹ ਵੀ ਪੈਰਲਲ ਹੀ ਮਿਲੂਗੀ। ਸੋ ਜਿਸ ਐਂਗਲ ਤੇ ਕੋਈ ਲਾਈਟ ਰੇ ਨੇ ਇੰਸੀਡੈਂਸ ਹੋਣਾ, ਉਸੇ ਐਂਗਲ ਤੇ ਉਹਨੇ ਰਿਫਲੈਕਟ ਹੋ ਜਾਣਾ। ਪੈਰਲਲ ਬੀਮ ਆਉਣੀ ਤੇ ਪੈਰਲਲ ਬੀਮ ਹੀ ਰਿਫਲੈਕਟ ਹੋਣੀ, ਬਾਉਂਸ ਬੈਕ ਕਰਨੀ, ਇਹ ਹੋ ਗਿਆ ਰੈਗੂਲਰ ਰਿਫਲੈਕਸ਼ਨ। ਲੇਕਿਨ ਜੇ ਜਿਹੜਾ ਸਰਫੇਸ ਹੈਗਾ ਉਬੜ ਖਾਬੜ ਜਿਹਾ ਹੋਵੇ, ਯਾਨੀ ਕਿ ਇਰਰੈਗੂਲਰ ਹੋਵੇ, ਤੇ ਇਹਦੇ ਉੱਤੇ ਜਿਹੜੀਆਂ ਵੀ ਇੰਸੀਡੈਂਟ ਰੇਜ਼ ਆ ਰਹੀਆਂ ਨੇ ਉਹ ਅਲੱਗ-ਅਲੱਗ ਐਂਗਲਸ ਤੇ ਰਿਫਲੈਕਟ ਹੋਣ। ਜਿੱਦਾਂ ਆਹ ਜਿਹੜੀ ਇੰਸੀਡੈਂਟ ਰੇ ਆਈ ਆ, ਇਹ ਇੱਧਰ ਨੂੰ ਰਿਫਲੈਕਟ ਹੋਊਗੀ, ਆਹ ਜਿਹੜੀ ਆਈ ਉਹ ਇੱਧਰ ਨੂੰ ਰਿਫਲੈਕਟ ਹੋਊਗੀ, ਆ ਜਿਹੜੀ ਆਈ ਇੱਧਰ ਨੂੰ ਰਿਫਲੈਕਟ ਹੋ ਗਈ, ਆ ਜਿਹੜੀ ਆਈ ਇੱਧਰ ਨੂੰ ਰਿਫਲੈਕਟ ਹੋ ਗਈ, ਤੇ ਐਂਗਲ ਆਫ ਇੰਸੀਡੈਂਸ ਤੇ ਐਂਗਲ ਆਫ ਰਿਫਲੈਕਸ਼ਨ ਅਲੱਗ-ਅਲੱਗ ਹੋ ਗਏ। ਇਦਾਂ ਦੀ ਜਿਹੜੀ ਰਿਫਲੈਕਸ਼ਨ ਹੁੰਦੀ ਉਹਨੂੰ ਅਸੀਂ ਇਰਰੈਗੂਲਰ ਰਿਫਲੈਕਸ਼ਨ ਜਾਂ ਡਿਫਿਊਜ਼ ਰਿਫਲੈਕਸ਼ਨ ਕਹਿ ਦਿੰਦੇ ਹਾਂ। ਸੋ ਹੁਣ ਅਸੀਂ ਦੇਖਦੇ ਹਾਂ ਕਿ ਲਾਅ ਆਫ ਰਿਫਲੈਕਸ਼ਨ ਕੀ ਕਹਿੰਦਾ। ਲਾਅ ਆਫ ਰਿਫਲੈਕਸ਼ਨ ਕਹਿੰਦਾ ਕਿ ਜਿੰਨੀਆਂ ਵੀ ਇੰਸੀਡੈਂਟ ਰੇ, ਰਿਫਲੈਕਟਿਡ ਰੇ ਤੇ ਨਾਰਮਲ ਰੇ ਐਟ ਦਾ ਪੁਆਇੰਟ ਆਫ ਇੰਸੀਡੈਂਸ, ਇਹ ਸਾਰੇ ਇੱਕ ਹੀ ਪਲੇਨ 'ਚ ਲਾਈ ਕਰਨਗੀਆਂ। ਸੋ ਡਾਇਗਰਾਮ ਨਾਲ ਦੇਖਦੇ ਥੋੜਾ ਜ਼ਿਆਦਾ ਸਮਝ ਆਊਗਾ। ਆਪਣੇ ਕੋਲ ਆ ਜਿਹੜਾ ਹੈਗਾ ਥੱਲੇ ਆ ਕੀ ਆ, ਆ ਸਰਫੇਸ ਹੈਗਾ ਸਾਡੇ ਕੋਲ। ਇਸ ਸਰਫੇਸ ਦੇ ਉੱਤੇ ਆ ਇੱਕ ਇੰਸੀਡੈਂਟ ਰੇ ਜਿਹੜੀ ਆ ਉਹ ਫਾਲ ਕਰਦੀ ਪਈ ਆ, ਇਹ ਹੋ ਗਈ ਇੰਸੀਡੈਂਟ ਰੇ। ਆ ਜਿਸ ਪੁਆਇੰਟ ਤੇ ਇਸ ਸਰਫੇਸ ਦੇ ਉੱਤੇ ਆ ਇੰਸੀਡੈਂਟ ਰੇ ਮਿਲਦੀ ਪਈ ਆ ਕੀ ਹੋ ਗਿਆ, ਪੁਆਇੰਟ ਆਫ ਇੰਸੀਡੈਂਸ ਹੋ ਗਿਆ। ਇਹ ਜਿਹੜਾ ਸਰਫੇਸ ਹੈਗਾ ਨਾ, ਇਹਦੇ ਉੱਤੇ ਆਪਾਂ 90 ਡਿਗਰੀਜ਼ ਤੇ ਇੱਕ ਲਾਈਨ ਜਿਹੜੀ ਆ ਨਾ ਉਹ ਡਰਾ ਕਰ ਲਈਏ ਤਾਂ ਉਹਨੂੰ ਅਸੀਂ ਨਾਰਮਲ ਟੂ ਦਾ ਸਰਫੇਸ ਕਹਿ ਦਾਂਗੇ। ਹੁਣ ਜਦੋਂ ਇੰਸੀਡੈਂਟ ਰੇ ਇਸ ਪੁਆਇੰਟ ਆਫ ਇੰਸੀਡੈਂਸ ਦੇ ਉੱਤੇ ਇਸ ਸਰਫੇਸ ਤੇ ਸਟ੍ਰਾਈਕ ਕਰਦੀ ਆ ਤੇ ਇਸ ਪੁਆਇੰਟ ਤੋਂ ਉਹ ਰਿਫਲੈਕਟ ਕਰ ਜਾਂਦੀ ਆ, ਆ ਹੋ ਗਈ ਰਿਫਲੈਕਟਿਡ ਰੇ। ਸੋ ਪਹਿਲਾ ਲਾਅ ਜਾਂ ਪਹਿਲਾ ਪੁਆਇੰਟ ਜਿਹੜਾ ਹੈਗਾ ਲਾਅ ਆਫ ਰਿਫਲੈਕਸ਼ਨ ਦਾ, ਉਹ ਕਹਿੰਦਾ ਵੀ ਆ ਇੰਸੀਡੈਂਟ ਰੇ, ਰਿਫਲੈਕਟਿਡ ਰੇ ਤੇ ਨਾਰਮਲ ਐਟ ਦਾ ਪੁਆਇੰਟ ਆਫ ਇੰਸੀਡੈਂਸ ਸਾਰੇ ਇੱਕ ਹੀ ਪਲੇਨ ਦੇ ਵਿੱਚ ਲਾਈ ਕਰਦੇ ਪਏ ਆ, ਪਲੇਨ ਨਹੀਂ ਬਦਲਦਾ। ਤੇ ਦੂਜਾ ਪੁਆਇੰਟ ਕੀ ਕਹਿੰਦਾ ਵੀ ਜਿਹੜਾ ਐਂਗਲ ਆਫ ਇੰਸੀਡੈਂਸ ਹੈ ਉਹ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੁੰਦਾ। ਹੁਣ ਦੇਖੋ ਆ ਇੰਸੀਡੈਂਟ ਰੇ ਆ ਰਹੀ ਆ ਤੇ ਇੱਥੇ ਸਟ੍ਰਾਈਕ ਕਰ ਰਹੀ ਆ ਨਾਰਮਲ ਹੋ ਗਿਆ। ਅਸੀਂ ਕੀ ਕਰਨਾ, ਨਾਰਮਲ ਦੇ ਨਾਲ ਆ ਐਂਗਲ ਦੇਖ ਲੈਣਾ। ਇਹ ਜਿਹੜਾ ਐਂਗਲ ਆ ਇਹਨੂੰ ਅਸੀਂ θ1 ਵੀ ਕਹਿ ਸਕਦੇ ਆ ਜਾਂ ਐਂਗਲ ਆਈ ਵੀ ਕਹਿ ਸਕਦੇ। ਇਹਦਾ ਮਤਲਬ ਹੋ ਗਿਆ ਐਂਗਲ ਆਫ ਇੰਸੀਡੈਂਸ। ਜੇ ਇਸ ਐਂਗਲ ਨੂੰ ਅਸੀਂ ਮੈਜ਼ਰ ਕਰੀਏ ਤੇ ਉਸ ਤੋਂ ਬਾਅਦ ਆ ਜਿਹੜੀ ਰਿਫਲੈਕਟਿਡ ਰੇ ਆ, ਇਹ ਜਿਸ ਐਂਗਲ ਤੇ ਇਹ ਰਿਫਲੈਕਟ ਕਰ ਰਹੀ ਹੈ ਇਹਦਾ ਵੀ ਐਂਗਲ ਜਿਹੜਾ ਆਪਾਂ ਨਾਰਮਲ ਤੋਂ ਲੈ ਲੈਣਾ, ਜਿਹਨੂੰ ਅਸੀਂ θ2 ਕਹਿ ਦਿੰਦੇ ਆ ਜਾਂ ਜਿਹਨੂੰ ਅਸੀਂ ਐਂਗਲ ਆਰ ਜਾਂ ਐਂਗਲ ਆਫ ਰਿਫਲੈਕਸ਼ਨ ਕਹਿ ਸਕਦੇ ਹਾਂ। ਜਦੋਂ ਅਸੀਂ ਮੈਜ਼ਰ ਕਰਾਂਗੇ ਤੇ ਦੇਖਾਂਗੇ ਕਿ ਜਿਹੜਾ θ1 ਉਹ θ2 ਦੇ ਬਰਾਬਰ ਹੁੰਦਾ, ਜਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਸਕਦੇ ਕਿ ਐਂਗਲ ਆਫ ਇੰਸੀਡੈਂਸ ਕਿਹਦੇ ਬਰਾਬਰ ਹੁੰਦਾ, ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੁੰਦਾ। ਸੋ ਦੋ ਪੁਆਇੰਟਸ ਕੀ ਹੋ ਗਏ, ਇੰਸੀਡੈਂਟ ਰੇ, ਰਿਫਲੈਕਟਿਡ ਰੇ ਤੇ ਨਾਰਮਲ ਐਟ ਦਾ ਪੁਆਇੰਟ ਆਫ ਇੰਸੀਡੈਂਸ ਇੱਕ ਹੀ ਪਲੇਨ 'ਚ ਲਾਈ ਕਰਦੇ ਆ, ਤੇ ਐਂਗਲ ਆਫ ਇੰਸੀਡੈਂਸ ਯਾਨੀ ਕਿ ਐਂਗਲ ਆਈ ਕਿਹਦੇ ਬਰਾਬਰ ਹੁੰਦਾ, ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੁੰਦਾ, ਯਾਨੀ ਕਿ ਐਂਗਲ ਆਰ ਦੇ ਬਰਾਬਰ ਹੁੰਦਾ। ਪੰਜਾਬੀ 'ਚ ਵੀ ਆਪਾਂ ਦੇਖ ਲਈਏ ਜਰਾ ਕਿ ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ, ਤੇ ਆਪਤਿਤ ਕਿਰਨ ਦਰਪਣ ਦੇ ਆਪਤਨ ਬਿੰਦੂ ਉੱਤੇ ਲੰਬ ਤੇ ਪਰਾਵਰਤਨ ਕਿਰਨ, ਇਹ ਸਾਰੀਆਂ ਚੀਜ਼ਾਂ ਕਿੱਥੇ ਹੁੰਦੀਆਂ, ਇੱਕ ਹੀ ਤਲ 'ਚ ਯਾਨੀ ਕਿ ਇੱਕ ਹੀ ਪਲੇਨ ਵਿੱਚ ਹੁੰਦੀਆਂ ਨੇ। ਆਪਤਿਤ ਕਿਰਨ ਕੀ ਹੋਗੀ, ਇੰਸੀਡੈਂਟ ਰੇ ਹੋਗੀ। ਪਰਾਵਰਤਿਤ ਕਿਰਨ ਕੀ ਹੋਗੀ, ਰਿਫਲੈਕਟਿਡ ਰੇ ਹੋਗੀ। ਤੇ ਦਰਪਣ ਦੇ ਆਪਤਨ ਬਿੰਦੂ ਉੱਤੇ ਲੰਬ, ਇਹ ਕੀ ਹੋ ਗਿਆ, ਨਾਰਮਲ ਐਟ ਦਾ ਪੁਆਇੰਟ ਆਫ ਇੰਸੀਡੈਂਸ ਹੋ ਗਿਆ। ਸੋ ਇਹ ਸਾਰੇ ਇੱਕ ਹੀ ਪਲੇਨ 'ਚ ਹੁੰਦੇ ਆ ਤੇ ਐਂਗਲ ਆਫ ਇੰਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਹੁਣ ਨਾ ਆਪਾਂ ਇਸੇ ਨੂੰ ਹੀ ਨਾ ਇੱਕ ਐਨੀਮੇਸ਼ਨ ਦੀ ਹੈਲਪ ਨਾਲ ਵੀ ਦੇਖਦੇ ਹਾਂ ਵੀ ਕਿੱਦਾਂ ਇੱਕ ਲਾਈਟ ਸੋਰਸ ਤੋਂ ਲਾਈਟ ਰੇ ਜਾ ਕੇ ਸਰਫੇਸ ਦੇ ਨਾਲ ਸਟ੍ਰਾਈਕ ਕਰਕੇ ਉੱਥੋਂ ਬਾਉਂਸ ਬੈਕ ਕਰਦੀ ਆ, ਰਿਫਲੈਕਟ ਕਰਦੀ ਆ, ਤੇ ਐਂਗਲ ਕੀ ਹੁੰਦੇ। ਆਓ ਐਨੀਮੇਸ਼ਨ ਦੇਖਦੇ ਹਾਂ। ਆ ਦੇਖੋ, ਲਾਈਟ ਸੋਰਸ ਤੋਂ ਲਾਈਟ ਗਈ, ਰਿਫਲੈਕਟ ਕੀਤੀ, ਨਾਰਮਲ ਦੇ ਨਾਲ ਐਂਗਲ ਆਫ ਇੰਸੀਡੈਂਸ ਤੇ ਐਂਗਲ ਆਫ ਰਿਫਲੈਕਸ਼ਨ
ਬਰਾਬਰ ਹੋਣਗੇ। ਸੋ ਥੀਟਾ ਆਈ ਥੀਟਾ ਆਰ ਵੀ ਕਹਿ ਸਕਦੇ ਹੋ, ਜਾਂ ਇਹਨੂੰ ਅਸੀਂ ਐਂਗਲ ਆਈ ਇਜ਼ ਇਕੁਅਲ ਟੂ ਐਂਗਲ ਆਰ ਵੀ ਲਿਖ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਦਰਪਣ ਦੀ, ਯਾਨੀ ਕਿ ਮਿਰਰ ਦੀ। ਮਿਰਰ ਕੀ ਹੁੰਦਾ? ਕੋਈ ਇਹੋ ਜਿਹਾ ਹਾਈਲੀ ਪੋਲਿਸ਼ਡ ਜਾਂ ਸਮੂਥ ਸਰਫੇਸ ਜਿਹੜਾ ਕਿ ਇਹਦੇ ਉੱਤੇ ਪੈਣ ਵਾਲੀ ਜਿੰਨੀ ਵੀ ਇਨਸੀਡੈਂਟ ਲਾਈਟ ਹੁੰਦੀ ਆ ਉਹਦੇ ਜ਼ਿਆਦਾਤਰ ਪ੍ਰਪੋਰਸ਼ਨ ਨੂੰ ਰਿਫਲੈਕਟ ਕਰ ਦੇਵੇ, ਤਾਂ ਇਹਨੂੰ ਅਸੀਂ ਦਰਪਣ ਜਾਂ ਮਿਰਰ ਕਹਿੰਦੇ ਹਾਂ। ਸੋ ਮਿਰਰ ਕੀ ਹੋ ਗਿਆ? ਅ ਹਾਈਲੀ ਪੋਲਿਸ਼ਡ ਐਂਡ ਸਮੂਥ ਸਰਫੇਸ which reflects a large proportion of the incident light that falls on it, ਉਹਨੂੰ ਅਸੀਂ ਮਿਰਰ ਕਹਿ ਦਿੰਦੇ ਆ। ਇਹ ਮਿਰਰ ਜਿਹੜਾ ਹੈਗਾ ਇੱਕ ਕੋਈ ਗਲਾਸ ਪਲੇਟ ਵੀ ਹੋ ਸਕਦੀ ਹੈ ਜਿਹਦੇ ਪਿਛਲੇ ਪਾਸੇ ਆਪਾਂ ਇੱਕ ਥਿਨ ਸਿਲਵਰ ਲੇਅਰ ਦੀ ਕੋਟਿੰਗ ਕੀਤੀ ਹੋਵੇ, ਜਾਂ ਇਹ ਕੋਈ ਮੈਟਲ ਸਰਫੇਸ ਵੀ ਹੋ ਸਕਦਾ ਜਿਹਨੂੰ ਬਹੁਤ ਚੰਗੀ ਤਰ੍ਹਾਂ ਪੋਲਿਸ਼ ਕੀਤਾ ਗਿਆ ਹੋਵੇ। ਸੋ ਇਹ ਜਿਹੜਾ ਮਿਰਰ ਹੈ ਇਹ ਕੀ ਕਰਦਾ? ਇਹ ਇਮੇਜ ਬਣਾਉਂਦਾ। ਹੁਣ ਇਮੇजेस ਦੀਆਂ ਕਿਹੜੀਆਂ ਟਾਈਪਸ ਹੁੰਦੀਆਂ ਉਹ ਵੀ ਦੇਖ ਲੈਂਦੇ ਹਾਂ। ਹੁਣ ਇਮੇजेस ਦੋ ਤਰ੍ਹਾਂ ਦੀਆਂ ਹੁੰਦੀਆਂ, ਰੀਅਲ ਇਮੇਜ ਤੇ ਵਰਚੁਅਲ ਇਮੇਜ। ਰੀਅਲ ਇਮੇਜ ਕੀ ਹੁੰਦੀ ਹੈ? ਜਿਹਦੇ ਵਿੱਚ ਕਿ ਜਿਹੜੀਆਂ ਰੇਜ਼ ਆਫ ਲਾਈਟ ਨੇ ਉਹ ਐਕਚੁਅਲੀ ਇਮੇਜ ਪੁਆਇੰਟ ਦੇ ਉੱਤੇ ਮੀਟ ਕਰਦੀਆਂ। ਜਿੱਦਾਂ ਸਪੋਜ਼ ਕਰ ਲਓ ਵੀ ਆ ਇੱਕ ਇਮੇਜ ਪੁਆਇੰਟ ਆ, ਜੇ ਲਾਈਟ ਰੇਜ਼ ਜਿਹੜੀਆਂ ਨੇ ਇਹ ਇਸ ਇਮੇਜ ਪੁਆਇੰਟ ਦੇ ਉੱਤੇ ਐਕਚੁਅਲੀ ਆ ਕੇ ਮਿਲਦੀਆਂ ਹੋਣ ਤਾਂ ਜਿਹੜੀ ਇਮੇਜ ਆ ਉਹ ਕਿਹੜੀ ਆ? ਉਹ ਰੀਅਲ ਇਮੇਜ ਹੁੰਦੀ ਆ। ਲੇਕਿਨ ਵਰਚੁਅਲ ਇਮੇਜ 'ਚ ਕੀ ਹੁੰਦਾ ਵੀ ਲਾਈਟ ਰੇਜ਼ ਜਿਹੜੀਆਂ ਨੇ ਨਾ ਉਹ ਐਕਚੁਅਲੀ ਨਹੀਂ ਮਿਲਦੀਆਂ ਬਲਕਿ ਇਮੇਜ ਪੁਆਇੰਟ ਤੋਂ ਡਾਈਵਰਜ ਕਰਦੀਆਂ। ਜਿੱਦਾਂ ਸਪੋਜ਼ ਕਰ ਲਓ ਵੀ ਆ ਇੱਕ ਸਰਫੇਸ ਆ ਜਿਹਦੇ ਪਿੱਛੇ ਆ ਇਮੇਜ ਪੁਆਇੰਟ ਆ, ਜੇ ਜਿਹੜੀਆਂ ਲਾਈਟ ਦੀਆਂ ਰੇਜ਼ ਨੇ ਉਹ ਇਸ ਸਰਫੇਸ ਤੋਂ ਡਾਈਵਰਜ ਕਰ ਜਾਣ ਤੇ ਅਸੀਂ ਇਹਨਾਂ ਨੂੰ ਪਿਛਲੇ ਵਾਲੇ ਪਾਸੇ ਆਪ ਪ੍ਰੋਜੈਕਟ ਕਰਕੇ ਦੇਖੀਏ, ਠੀਕ ਹੈ ਨਾ, ਤਾਂ ਇਹ ਜਿਹੜੀ ਇਮੇਜ ਬਣਦੀ ਪਈ ਆ ਇਹ ਕੀ ਆ? ਇਹ ਵਰਚੁਅਲ ਇਮੇਜ ਆ। ਹੁਣ ਵਰਚੁਅਲ ਇਮੇਜ 'ਚ ਆ ਜਿਹੜੀਆਂ ਲਾਈਟ ਰੇਜ਼ ਨੇ ਇਹ ਤਾਂ ਰਿਫਲੈਕਟ ਕਰ ਗਈਆਂ ਹੋਈਆਂ, ਇਹ ਤਾਂ ਡਾਈਵਰਜ ਹੋ ਗਈਆਂ। ਸੋ ਐਕਚੁਅਲ ਪੁਆਇੰਟ ਆਫ ਇਮੇਜ ਦੇ ਉੱਤੇ ਇਹ ਮਿਲਦੀਆਂ ਨਹੀਂ ਗੀਆਂ, ਜਦੋਂ ਕਿ ਰੀਅਲ ਇਮੇਜ 'ਚ ਉਹ ਐਕਚੁਅਲੀ ਮਿਲਣਗੀਆਂ। ਰੀਅਲ ਇਮੇਜ ਜਿਹੜੀ ਹੁੰਦੀ ਹੈ ਇਹਨੂੰ ਅਸੀਂ ਸਕਰੀਨ ਦੇ ਉੱਤੇ ਲੈ ਸਕਦੇ ਹਾਂ, ਜਦੋਂ ਕਿ ਵਰਚੁਅਲ ਇਮੇਜ ਨੂੰ ਸਕਰੀਨ ਉੱਤੇ ਨਹੀਂ ਲਿਆ ਜਾ ਸਕਦਾ। ਤੇ ਰੀਅਲ ਇਮੇਜ ਹਮੇਸ਼ਾ ਪੁੱਠੀ ਹੁੰਦੀ ਹੈ, ਯਾਨੀ ਕਿ ਇਨਵਰਟਡ ਹੁੰਦੀ ਹੈ, ਜਦੋਂ ਕਿ ਵਰਚੁਅਲ ਇਮੇਜ ਹਮੇਸ਼ਾ ਇਰੈਕਟ ਜਾਂ ਸਿੱਧੀ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਅਬਾਊਟ ਪਲੇਨ ਮਿਰਰ, ਜਿਹਨੂੰ ਅਸੀਂ ਕੀ ਸਮਤਲ ਦਰਪਣ ਵੀ ਕਹਿ ਦਿੰਦੇ ਹਾਂ। ਪਲੇਨ ਮਿਰਰ ਕੀ ਹੁੰਦਾ? ਇਹੋ ਜਿਹਾ ਮਿਰਰ ਜਿਹਦਾ ਰਿਫਲੈਕਟਿਵ ਸਰਫੇਸ ਜਿਹੜਾ ਹੈਗਾ ਬਿਲਕੁਲ ਫਲੈਟ ਹੋਵੇ, ਇਹੋ ਜਿਹੇ ਮਿਰਰ ਨੂੰ ਅਸੀਂ ਪਲੇਨ ਮਿਰਰ ਕਹਿੰਦੇ ਹਾਂ। ਇਹੋ ਜਿਹੇ ਮਿਰਰ ਉੱਤੇ ਜਦੋਂ ਇਮੇਜ ਬਣਦੀ ਹੈ ਤੇ ਉਹਦੇ 'ਚ ਕੀ ਕੁਆਲਿਟੀਜ਼ ਹੁੰਦੀਆਂ? ਪਹਿਲੀ ਗੱਲ, ਇਮੇਜ ਜਿਹੜੀ ਹੁੰਦੀ ਆ ਉਹ ਬਿਹਾਈਂਡ ਦ ਮਿਰਰ ਬਣਦੀ ਆ, ਯਾਨੀ ਕਿ ਦਰਪਣ ਦੇ ਪਿਛਲੇ ਪਾਸੇ ਬਣਦੀ ਆ, ਔਰ ਵਰਚੁਅਲ ਹੁੰਦੀ ਆ। ਵਰਚੁਅਲ ਹੋਊਗੀ ਤਾਂ ਫਿਰ ਇਰੈਕਟ ਵੀ ਹੋਊਗੀ, ਯਾਨੀ ਕਿ ਸਿੱਧੀ ਵੀ ਹੋਊਗੀ। ਔਰ ਇਮੇਜ ਦਾ ਜਿਹੜਾ ਸਾਈਜ਼ ਹੁੰਦਾ ਉਹ ਸੇਮ ਹੁੰਦਾ ਐਜ਼ ਦੈਟ ਆਫ ਦਾ ਸਾਈਜ਼ ਆਫ ਦਾ ਆਬਜੈਕਟ, ਯਾਨੀ ਕਿ ਜਿੰਨਾ ਆਬਜੈਕਟ ਦਾ ਸਾਈਜ਼ ਹੈ ਉਨਾ ਹੀ ਇਮੇਜ ਦਾ ਸਾਈਜ਼ ਹੋਊਗਾ। ਔਰ ਇਮੇਜ ਦਾ ਡਿਸਟੈਂਸ ਵੀ ਸੇਮ ਹੀ ਹੁੰਦਾ ਮਿਰਰ ਤੋਂ ਜਿੰਨਾ ਕਿ ਆਬਜੈਕਟ ਦਾ ਡਿਸਟੈਂਸ ਹੋਵੇ, ਯਾਨੀ ਕਿ ਜਿੰਨੀ ਦੂਰੀ ਤੇ ਆਬਜੈਕਟ ਜਿਹੜਾ ਵਾ ਉਹ ਮਿਰਰ ਤੋਂ ਖੜਾ ਉਨੀ ਹੀ ਦੂਰੀ ਤੇ ਇਮੇਜ ਬਣੂਗੀ ਉਸ ਮਿਰਰ ਤੋਂ। ਲੇਕਿਨ ਜਿਹੜੀ ਇਮੇਜ ਹੁੰਦੀ ਆ ਉਹ ਕੀ ਹੁੰਦੀ ਆ? ਲੇਟਰਲੀ ਇਨਵਰਟਡ, ਯਾਨੀ ਕਿ ਖੱਬਿਓਂ ਸੱਜੇ ਪਾਸੇ ਪੁੱਠੀ ਹੁੰਦੀ ਆ। ਜਿੱਦਾਂ ਸਾਡਾ ਜਿਹੜਾ ਖੱਬਾ ਹੱਥ ਆ ਉਹ ਸੱਜੇ ਪਾਸੇ ਨੂੰ ਅਪੀਅਰ ਕਰੇ ਤੇ ਜਿਹੜਾ ਹੈਗਾ ਸੱਜਾ ਹੱਥ ਉਹ ਲੱਗੇਗੀ ਜਿੱਦਾਂ ਖੱਬੇ ਪਾਸੇ ਆ, ਤਾਂ ਇਹੋ ਜਿਹੀ ਜਿਹੜੀ ਇਮੇਜ ਹੁੰਦੀ ਆ ਉਹ ਲੇਟਰਲੀ ਇਨਵਰਟਡ ਹੁੰਦੀ, ਯਾਨੀ ਕਿ ਸੱਜਿਓਂ ਖੱਬੇ ਇਨਵਰਟਡ ਹੁੰਦੀ ਆ। ਇਸ ਪ੍ਰੋਸੈਸ ਨੂੰ ਅਸੀਂ ਪੰਜਾਬੀ 'ਚ ਪਾਸਵਾਂ ਪਰਾਵਰਤਨ ਵੀ ਕਹਿੰਦੇ ਆ। ਤੁਸੀਂ ਨਾ ਇੱਕ ਐਕਸਪੈਰੀਮੈਂਟ ਵੀ ਕਰਕੇ ਵੇਖ ਸਕਦੇ ਹੋ ਵੀ ਆਪਣੀ ਕਿਤਾਬ ਲਵੋ ਤੇ ਇਹਨੂੰ ਸ਼ੀਸ਼ੇ ਦੇ ਸਾਹਮਣੇ ਰੱਖ ਕੇ ਤੇ ਦੇਖੋ ਭਲਾ ਸ਼ੀਸ਼ੇ 'ਚ ਤੁਹਾਡੇ ਕੋਲੋਂ ਕਿਤਾਬ ਪੜ੍ਹੀ ਜਾਂਦੀ ਹੈ? ਨਹੀਂ ਪੜ੍ਹੀ ਜਾਊਗੀ। ਕਿਉਂ? ਜਿਹੜੇ ਅੱਖਰ ਨੇ ਨਾ ਉਹ ਲੇਟਰਲੀ ਇਨਵਰਟ ਹੋ ਜਾਣਗੇ, ਯਾਨੀ ਕਿ ਖੱਬਿਓਂ ਸੱਜੇ ਵੱਲ ਨੂੰ ਇਨਵਰਟਡ ਨਜ਼ਰ ਆਉਣਗੇ। ਸੋ ਇਹੋ ਜਿਹੀ ਇਮੇਜ ਹੁੰਦੀ ਹੈ ਲੇਟਰਲੀ ਇਨਵਰਟਡ ਇਮੇਜ। ਹੁਣ ਮੈਂ ਤੁਹਾਨੂੰ ਨਾ ਇੱਕ ਐਨੀਮੇਸ਼ਨ ਦਿਖਾਉਣੀ ਆ, ਉਸ ਐਨੀਮੇਸ਼ਨ ਦੇ ਨਾਲ ਨਾ ਸ਼ਾਇਦ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਵੇ ਵੀ ਇਹ ਇਮੇਜ ਜਿਹੜੀ ਆ ਇਹ ਮਿਰਰ ਦੇ ਪਿਛਲੇ ਪਾਸੇ ਕਿੱਦਾਂ ਬਣਦੀ ਪਈ ਆ। ਸੋ ਇਸ ਐਨੀਮੇਸ਼ਨ 'ਚ ਇੱਕ ਹੈਗਾ ਆਪਣੇ ਕੋਲ ਮਿਰਰ ਤੇ ਉਹਦੇ ਸਾਹਮਣੇ ਇੱਕ ਪੀਲੇ ਰੰਗ ਦਾ ਆਬਜੈਕਟ ਆ। ਸੋ ਦੇਖਦੇ ਹਾਂ ਵੀ ਇਮੇਜ ਕਿੱਦਾਂ ਬਣਦੀ। ਇਸ ਪੀਲੇ ਆਬਜੈਕਟ ਤੋਂ ਇਨਸੀਡੈਂਟ ਰੇਜ਼ ਜਿਹੜੀਆਂ ਨੇ ਨਾ ਉਹ ਸ਼ੀਸ਼ੇ ਦੇ ਉੱਤੇ ਗਈਆਂ, ਉੱਥੋਂ ਬਾਉਂਸ ਬੈਕ ਕੀਤਾ, ਯਾਨੀ ਕਿ ਰਿਫਲੈਕਟ ਹੋ ਗਈਆਂ। ਹੁਣ ਇਹ ਜਿਹੜੀਆਂ ਰਿਫਲੈਕਟਡ ਰੇਜ਼ ਨੇ ਉਹਨਾਂ ਨੂੰ ਪਿਛਲੇ ਵਾਲੇ ਪਾਸੇ ਅਸੀਂ ਪ੍ਰੋਜੈਕਟ ਕਰਾਂਗੇ ਮਿਰਰ ਦੇ ਪਿੱਛੇ ਤੇ ਦੇਖਾਂਗੇ ਵੀ ਕਿਹੜੇ ਪੁਆਇੰਟ ਤੇ ਇਹ ਇੰਟਰਸੈਕਟ ਕਰਦੀਆਂ। ਜਿੱਥੇ ਇੰਟਰਸੈਕਟ ਕਰਦੀਆਂ ਉਹ ਇਮੇਜ ਦੀ ਲੋਕੇਸ਼ਨ ਆ। ਸੋ ਇਸ ਤਰ੍ਹਾਂ ਜਿਹੜਾ ਆਬਜੈਕਟ ਹੈ ਉਹ ਭਾਵੇਂ ਕਿ ਮਿਰਰ ਦੇ ਅਗਲੇ ਪਾਸੇ ਪਿਆ ਹੁੰਦਾ, ਪਰ ਉਹਦੀ ਜਿਹੜੀ ਇਮੇਜ ਆ ਉਹ ਕਿੱਥੇ ਬਣਦੀ ਪਈ ਆ? ਉਹ ਬਣਦੀ ਪਈ ਆ ਮਿਰਰ ਦੇ ਪਿਛਲੇ ਪਾਸੇ। ਔਰ ਜਿੰਨੀ ਦੂਰੀ ਤੋਂ ਉਹ ਮਿਰਰ ਦੇ ਅੱਗੇ ਖੜਾ ਉਨੀ ਦੂਰੀ ਤੋਂ ਹੀ ਉਹਦੀ ਇਮੇਜ ਜਿਹੜੀ ਆ ਉਹ ਸ਼ੀਸ਼ੇ ਦੇ ਪਿੱਛੇ ਬਣਦੀ ਆ। ਹੁਣ ਜਦ ਸ਼ੀਸ਼ੇ ਦੀ ਗੱਲ ਕਰਦੇ ਹੀ ਪਏ ਆ ਤੇ ਇਹ ਵੀ ਦੇਖ ਲੈਂਦੇ ਆ ਵੀ
जे असी किसी इंसान की फुल इमेज देखनी होवे तो शीशा जिहड़ा किड्डा क वड्डा होना चाहिए। मिनीमम साइज ऑफ अ प्लेन मिरर तुसी फुल इमेज ऑफ अ मैन। सो देखो शीशे के केस च की है भी इमेज जिहड़ी आ वो शीशे के पिछे बननी। आ हो गया एक मैन ते आ हो गई उहदी इमेज। सो आ जिहड़ा मैन आ यानी कि एक ऑब्जैक्ट हो गया, आ हो गई इस ऑब्जैक्ट की टिप ते आ हो गया बॉटम। हुण टिप टू बॉटम ਜਿਹੜੀਆਂ ਲਾਈਟ ਰੇਜ਼ ਨੇ ਉਹ ਇਸ ਸ਼ੀਸ਼ੇ ਦੇ ਉੱਤੇ ਇਨਸੀਡੈਂਟ ਰੇਜ਼ ਦੀ ਫਾਰਮ 'ਚ ਫਾਲ ਕਰਦੀਆਂ ਔਰ ਫਿਰ ਰਿਫਲੈਕਟ ਕਰਦੀਆਂ। ਸੋ ਆ ਜਿਹੜੀ ਇਮੇਜ ਆ ਇਹਦੇ ਤੋਂ ਆ ਜਿਹੜੀ ਰਿਫਲੈਕਟਡ ਰੇ ਆ ਰਹੀ ਹੈ ਬਾਟਮ ਵਾਲੀ ਸਾਈਡ ਤੋਂ ਤੇ ਇਧਰੋਂ ਜਿਹੜਾ ਹੈਗਾ ਆਬਜੈਕਟ ਇਹਦੇ ਬਾਟਮ ਤੋਂ ਜਿਹੜੀ ਇਨਸੀਡੈਂਟ ਰੇ ਜਾ ਰਹੀ ਹੈ, ਦੇਖੋ ਵੀ ਇਹ ਕਿਸ ਪੁਆਇੰਟ ਤੇ ਮਿਲਦੀਆਂ ਪਈਆਂ। ਇਸੇ ਤਰ੍ਹਾਂ ਹੀ ਆਬਜੈਕਟ ਦੀ ਟਿਪ ਤੋਂ ਜਿਹੜੀ ਇਨਸੀਡੈਂਟ ਰੇ ਜਾ ਰਹੀ ਹੈ ਤੇ ਇਮੇਜ ਦੀ ਟਿਪ ਤੋਂ ਜਿਹੜੀ ਰਿਫਲੈਕਟਡ ਰੇ ਆ ਰਹੀ ਆ ਉਹ ਦੇਖੋ ਕਿਸ ਪੁਆਇੰਟ ਤੇ ਇੰਟਰਸੈਕਟ ਕਰਦੀਆਂ ਪਈਆਂ। ਸੋ ਆ ਜਿਹੜੇ ਦੋ ਪੁਆਇੰਟਸ ਆਫ ਇੰਟਰਸੈਕਸ਼ਨ ਆਉਂਦੇ ਪਏ ਨੇ ਨਾ, ਐਕਚੁਅਲੀ ਇੰਨੀ ਲੈਂਥ ਘੱਟੋ ਘੱਟ ਸ਼ੀਸ਼ੇ ਦੀ ਹੋਣੀ ਚਾਹੀਦੀ ਆ ਜਿਹਦੇ ਨਾਲ ਕਿ ਕਿਸੇ ਆਦਮੀ ਦੀ ਫੁੱਲ ਇਮੇਜ ਜਿਹੜੀ ਆ ਉਹ ਉਸ ਸ਼ੀਸ਼ੇ 'ਚ ਨਜ਼ਰ ਆਵੇ। ਜੇ ਅਸੀਂ ਮੋਟਾ ਮੋਟਾ ਜਿਹਾ ਦੇਖੀਏ ਨਾ ਤੇ ਆਲਮੋਸਟ ਸ਼ੀਸ਼ੇ ਦੀ ਜਿਹੜੀ ਆਪਾਂ ਕਹਿ ਦਈਏ ਲੰਬਾਈ ਇਹ ਉਸ ਆਦਮੀ ਦੀ ਹਾਈਟ ਤੋਂ ਆਲਮੋਸਟ ਅੱਧੀ ਕੁ ਤਾਂ ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ ਫੁੱਲ ਇਮੇਜ ਜਿਹੜੀ ਆ ਉਸ ਆਦਮੀ ਦੀ ਨਜ਼ਰ ਆਵੇ। ਤਾਂ ਹੁਣ ਪੰਜਾਬੀ 'ਚ ਵੀ ਦੇਖ ਲੈਂਦੇ ਆ ਕਿ ਪਲੇਨ ਮਿਰਰ ਤੇ ਇਮੇਜ ਕਿੱਦਾਂ ਬਣਦੀ ਆ। ਜਿਹੜਾ ਪਲੇਨ ਮਿਰਰ ਆ ਯਾਨੀ ਕਿ ਸਮਤਲ ਦਰਪਣ ਆ ਉਹਦੇ ਉੱਤੇ ਜਿਹੜੀ ਇਮੇਜ ਜਾਂ ਪ੍ਰਤੀਬਿੰਬ ਬਣਦੀ ਪਈ ਆ ਉਹ ਕੀ ਹੁੰਦੀ, ਆਭਾਸੀ ਤੇ ਸਿੱਧੀ। ਤੇ ਪ੍ਰਤੀਬਿੰਬ ਦਾ ਜਿਹੜਾ ਆਕਾਰ ਹੈ ਉਹ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ। ਤੇ ਦੂਰੀ ਦੀ ਅਗਰ ਗੱਲ ਕਰੀਏ ਤੇ ਪ੍ਰਤੀਬਿੰਬ ਦੀ ਦਰਪਣ ਦੇ ਪਿੱਛੇ ਓਨੀ ਦੂਰੀ ਹੁੰਦੀ ਹੈ ਜਿੰਨੀ ਕਿ ਉਸ ਵਸਤੂ ਦੀ ਦੂਰੀ ਹੁੰਦੀ ਹੈ ਉਸ ਦਰਪਣ ਦੇ ਸਾਹਮਣੇ। ਲੇਕਿਨ ਜਿਹੜੀ ਇਮੇਜ ਆ ਉਹ ਕੀ ਆ, ਲੇਟਰਲੀ ਇਨਵਰਟਡ ਯਾਨੀ ਕਿ ਪ੍ਰਤੀਬਿੰਬ ਪਾਸਵਾਂ ਪਰਿਵਰਤਨ ਹੁੰਦਾ, ਸੱਜਿਓਂ ਖੱਬੇ ਵਾਲੇ ਪਾਸੇ ਨੂੰ ਪਰਿਵਰਤਨ ਹੋਊਗਾ। ਸੋ ਖੱਬੀ ਚੀਜ਼ ਜਿਹੜੀ ਆ ਉਹ ਸੱਜੇ ਪਾਸੇ ਨਜ਼ਰ ਆਊਗੀ ਤੇ ਸੱਜੀ ਜਿਹੜੀ ਚੀਜ਼ ਆ ਉਹ ਖੱਬੇ ਪਾਸੇ ਨਜ਼ਰ ਆਊਗੀ। ਇਹਨੂੰ ਅਸੀਂ ਪਾਸਵਾਂ ਪਰਿਵਰਤਨ ਜਾਂ ਲੇਟਰਲ ਇਨਵਰਜਨ ਵੀ ਕਹਿੰਦੇ ਆ। ਤਾਂ ਇਹ ਤੇ ਹੋ ਗਿਆ ਕਿ ਸਮਤਲ ਦਰਪਣ ਦੇ ਉੱਤੇ ਪ੍ਰਤੀਬਿੰਬ ਜਾਂ ਇਮੇਜ ਕਿੱਦਾਂ ਬਣਦੀ ਆ। ਹੁਣ ਅਸੀਂ ਇਹ ਵੀ ਦੇਖਣਾ ਕਿ ਪਰਾਵਰਤਕ ਸਤ੍ਹਾ ਜੇਕਰ ਗੋਲਾਕਾਰ ਹੋਵੇ ਤੇ ਫਿਰ ਇਮੇਜ ਕਿੱਦਾਂ ਦੀ ਬਣੂਗੀ, ਕਿੱਦਾਂ ਦਾ ਪ੍ਰਤੀਬਿੰਬ ਬਣੂਗਾ। ਲੇਕਿਨ ਇਹ ਜਿਹੜਾ ਨਾ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਹੁਣ ਸਮਤਲ ਦਰਪਣ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਛੋਟੀ ਜਿੰਨੀ ਜਿਹੜੀ ਹੈ ਨਾ ਇੱਕ ਪ੍ਰੋਬਲਮ ਲੈ ਲੈਂਦੇ ਆ ਕਿਉਂਕਿ ਇਦਾਂ ਦੇ ਕੁਐਸਚਨ ਵੀ ਆ ਜਾਂਦੇ ਐਗਜ਼ਾਮ 'ਚ। ਆ ਦੇਖੋ ਆਪਣੇ ਕੋਲ ਇੱਕ ਕੁਐਸਚਨ ਆ, ਅ ਪਰਸਨ ਇਜ਼ ਰਨਿੰਗ ਟੁਵਰਡ ਦ ਪਲੇਨ ਮਿਰਰ ਵਿਦ ਅ ਸਪੀਡ 5 ਮੀਟਰ ਪਰ ਸੈਕਿੰਡ। ਯਾਨੀ ਕਿ ਇੱਕ ਆਦਮੀ ਇੱਕ ਸ਼ੀਸ਼ੇ ਵੱਲ ਨੂੰ ਦੌੜਦਾ ਪਿਆ ਤੇ ਦੌੜਨ ਦੀ ਸਪੀਡ ਕਿੰਨੀ ਆ, 5 ਮੀਟਰ ਪਰ ਸੈਕਿੰਡ। With what speed does his image in the plane mirror appears to him to be moving towards him? तो इस आदमी ਨੂੰ ਕੀ ਲੱਗੂਗਾ ਵੀ ਉਹਦੀ ਜਿਹੜੀ ਇਮੇਜ ਆ ਉਹ ਉਹਦੇ ਵੱਲ ਕਿੰਨੀ ਸਪੀਡ ਨਾਲ ਭੱਜਦੀ ਪਈ ਆ। ਸੋ ਸਿੱਧੀ ਜੀ ਗੱਲ ਹੈ ਵੀ ਜਦੋਂ ਇੱਕ ਪਰਸਨ ਮਿਰਰ ਵੱਲ ਨੂੰ ਭੱਜੂਗਾ ਤੇ ਉਹਦੀ ਜਿਹੜੀ ਵਰਚੁਅਲ ਇਮੇਜ ਜਿਹੜੀ ਕਿ ਸ਼ੀਸ਼ੇ ਦੇ ਪਿੱਛੇ ਬਣੀ ਹੋਈ ਆ ਉਹ ਵੀ ਸ਼ੀਸ਼ੇ ਵੱਲ ਨੂੰ ਭੱਜੂਗੀ ਬਾਈ ਇਕੁਅਲ ਡਿਸਟੈਂਸ। ਸੋ ਸਪੋਜ਼ ਕਰ ਲਓ ਵੀ ਆ ਹੈਗਾ ਸ਼ੀਸ਼ਾ ਤੇ ਇੱਥੋਂ ਆ ਜਿਹੜਾ ਹੈਗਾ ਆਦਮੀ ਇਹਨੇ ਭੱਜਣਾ ਸ਼ੁਰੂ ਕੀਤਾ ਐ ਨੂੰ, ਲੇਕਿਨ ਇਹਦੀ ਜਿਹੜੀ ਇਮੇਜ ਬਣੀ ਹੋਈ ਸੀ ਉਹਨੇ ਭੱਜਣਾ ਸ਼ੁਰੂ ਕੀਤਾ ਐ ਨੂੰ। ਦੋਵਾਂ ਦਾ ਡਿਸਟੈਂਸ ਵੀ ਜਿਹੜਾ ਹੈਗਾ ਸ਼ੀਸ਼ੇ ਤੋਂ ਬਰਾਬਰ ਹੈ, ਆਬਜੈਕਟ ਦਾ ਡਿਸਟੈਂਸ ਵੀ ਤੇ ਇਮੇਜ ਦਾ ਡਿਸਟੈਂਸ ਵੀ। ਸੋ ਇੱਕ ਤੇ ਇਹ ਹੋ ਗਿਆ ਵੀ ਜਿਹੜਾ ਇਹ ਆਦਮੀ ਭੱਜਦਾ ਪਿਆ ਇੰਨੀ ਜਿਹੜੀ ਆਪ ਦੀ ਸਪੀਡ ਹੈ ਜਿਹਦੇ ਨਾਲ ਭੱਜਦਾ ਪਿਆ ਟੁਵਰਡਸ ਦਾ ਮਿਰਰ, ਇੱਕ ਇਹ ਪਲੱਸ ਹੋ ਜੂ ਜਿਹੜੀ ਸਪੀਡ ਨਾਲ ਉਹਦੀ ਇਮੇਜ ਜਿਹੜੀ ਹੈ ਸ਼ੀਸ਼ੇ ਵੱਲ ਨੂੰ ਆਉਂਦੀ ਪਈ ਆ। ਰਿਲੇਟਿਵ ਸਪੀਡ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਕੀ ਹੋ ਜੂਗੀ, ਡਬਲ ਹੋ ਜੂਗੀ। ਸੋ ਰਿਲੇਟਿਵ ਸਪੀਡ ਆਫ ਮੈਨ ਐਂਡ ਹਿਸ ਇਮੇਜ ਕੀ ਹੋ ਜੂਗੀ, ਡਬਲ ਦਾ ਸਪੀਡ ਆਫ ਮੈਨ ਟੁਵਰਡਸ ਦਾ ਮਿਰਰ। ਸੋ ਜਿਸ ਸਪੀਡ ਨਾਲ ਆਦਮੀ ਮਿਰਰ ਵੱਲ ਨੂੰ ਭੱਜਦਾ ਪਿਆ ਉਹਨੂੰ ਡਬਲ ਕਰ ਦਿਓ। ਜੇ ਜਿਹੜੀ ਹੈਗੀ ਆ ਸਾਨੂੰ ਇੱਥੇ ਗਿਵਨ ਸਪੀਡ ਆਫ ਮੈਨ 5 ਮੀਟਰ ਪਰ ਸੈਕਿੰਡ ਹੈ ਤੇ 5 ਦਾ ਡਬਲ ਯਾਨੀ ਕਿ 10 ਮੀਟਰ ਪਰ ਸੈਕਿੰਡ। ਇਹ ਹੋ ਜੂਗੀ ਰਿਲੇਟਿਵ ਸਪੀਡ ਆਫ ਮੈਨ ਐਂਡ ਹਿਸ ਇਮੇਜ। ਸੋ ਇਸ ਵੀਡੀਓ ਦੇ ਲਈ ਇੰਨਾ ਹੀ। ਅਗਲੀ ਵੀਡੀਓ 'ਚ ਹੁਣ ਅਸੀਂ ਸਫੈਰੀਕਲ ਮਿਰਰਸ ਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਇਸ ਚੈਪਟਰ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਸਾਰੀਆਂ ਵੀਡੀਓਜ਼ ਦੇ ਲਿੰਕਸ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ ਤੇ ਤੁਸੀਂ ਉਹਨਾਂ ਲਿੰਕਸ ਦੀ ਹੈਲਪ ਦੇ ਨਾਲ ਜਿਹੜੀ ਵੀ ਵੀਡੀਓ ਦੇਖਣਾ ਚਾਹੋ ਉਹ ਦੇਖ ਸਕਦੇ ਹੋ। ਇਸ ਵੀਡੀਓ ਲਈ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।